ਪੇਸ਼ ਕਰਦੇ ਹਾਂ ਕਹਾਣੀ ਨੀਲੀ। ਪਿਆਰੇ ਵਿਦਿਆਰਥੀਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੁਆਬਾ ਰੇਡੀਓ ਵੱਲੋਂ ਤੁਹਾਨੂੰ ਇਸ ਕਰੋਨਾ ਦੇ ਕਾਲ ਦੇ ਸਮੇਂ ਦੌਰਾਨ ਸਿੱਖਿਆ ਨਾਲ ਜੋੜੇ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਅੱਜ ਮੈਂ ਲੈਫਟੀਨੈਂਟ ਮਨਮੀਤ ਸਿੰਘ, ਪੰਜਾਬੀ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ, ਜ਼ਿਲ੍ਹਾ ਤਰਨਤਾਰਨ, ਅੱਜ 12ਵੀਂ ਜਮਾਤ ਦੀਆਂ ਕਹਾਣੀਆਂ ਲੈ ਕੇ ਆ ਰਿਹਾ ਹਾਂ। ਅਸੀਂ ਅਗਲੇ ਕੁਝ ਦਿਨਾਂ ਵਿੱਚ ਇੱਕ ਸੀਰੀਜ਼ ਸ਼ੁਰੂ ਕਰਾਂਗੇ ਜਿਸ ਵਿੱਚ ਪੰਜਾਬੀ ਲਾਜ਼ਮੀ ਵਿਚਲੀਆਂ 6 ਕਹਾਣੀਆਂ ਦੀ ਤੁਹਾਡੇ ਨਾਲ ਚਰਚਾ ਕਰਾਂਗਾ ਤੇ ਉਹਨਾਂ ਨੂੰ ਪੜ੍ਹਾਂਗਾ। ਔਰ ਇਸੇ ਸੀਰੀਜ਼ ਵਿੱਚ ਅੱਜ ਪਹਿਲੀ ਕਹਾਣੀ ਲੈ ਕੇ ਆ ਰਿਹਾ ਹਾਂ ਜਿਸ ਵਿੱਚ ਇੱਕ ਪਸ਼ੂ ਦੀ ਮਾਨਸਿਕਤਾ, ਸੰਵੇਦਨਸ਼ੀਲਤਾ, ਮਨੋਬਿਰਤੀ, ਉਸ ਦੀ ਸੂਝ ਬਾਰੇ ਗੱਲ ਕੀਤੀ ਗਈ ਹੈ। ਕਿਵੇਂ ਇੱਕ ਪਸ਼ੂ ਵੀ ਸਾਡੇ ਵਾਂਗ ਆਪਣੇ ਅੰਦਰ ਭਾਵਨਾਵਾਂ ਨੂੰ ਛੁਪਾਈ ਰੱਖਦਾ ਏ, ਕਿਵੇਂ ਉਹ ਸਾਡੇ ਵੱਲੋਂ ਦਿੱਤਾ ਜਾਣ ਵਾਲਾ ਪਿਆਰ, ਗੁੱਸਾ, ਨਫ਼ਰਤ, ਈਰਖਾ, ਸਾੜਾ ਸਮਝਦਾ ਏ ਤੇ ਕਿਵੇਂ ਉਹ ਸਾਡੇ ਵਾਂਗ ਆਪਣੇ ਬੱਚਿਆਂ ਨਾਲ ਵੀ ਮੋਹ ਦੇ ਵਸ ਵਿੱਚ ਵੱਜਾ ਹੁੰਦਾ ਏ। ਇਹ ਕਹਾਣੀ ਸਰਦਾਰ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਹੈ ਔਰ ਕਰਤਾਰ ਸਿੰਘ ਦੁੱਗਲ ਨੇ ਇੱਕ ਗਾਂ ਦੀ ਮਨੋਬਿਰਤੀ ਦੇ ਰਾਹੀਂ, ਜਿਸ ਦਾ ਨਾਂ ਨੀਲੀ ਹੈ, ਇਸ ਕਹਾਣੀ ਨੂੰ ਪੇਸ਼ ਕੀਤਾ ਹੈ। ਔਰ ਇਸ ਕਹਾਣੀ ਦੀ ਮੁੱਖ ਪਾਤਰ ਨੀਲੀ ਇੱਕ ਗੋਰੀ ਜੀ ਗਾਂ ਹੈ, ਜਿਵੇਂ ਕੋਈ ਮੱਖਣ ਦੇ ਪੇੜੇ ਨੂੰ ਦੁੱਧ ਨਾਲ ਧੋ ਕੇ ਰੱਖੇ। ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ। ਗਵਾਲੇ ਦੇ ਢੇਰ ਸਾਰੇ ਡੰਗਰਾਂ ਵਿੱਚੋਂ ਚੁਣ ਕੇ ਮੇਰੀ ਤਰੀਮਤ ਨੇ, ਭਾਵ ਮੇਰੀ ਪਤਨੀ ਨੇ, ਨੀਲੀ ਨੂੰ ਪਸੰਦ ਕੀਤਾ ਸੀ ਤੇ ਫਿਰ ਇਸੇ ਦੇ ਦੁੱਧ ਦਾ ਭਾਅ ਚੁਕਾਇਆ ਗਿਆ ਸੀ ਔਰ ਮੂੰਹ ਮੰਗੀ ਕੀਮਤ ਵੀ ਉਸ ਦੁੱਧ ਦੀ ਭਰੀ ਗਈ ਸੀ। ਹਰ ਰੋਜ਼ ਸਵੇਰੇ ਗਵਾਲਾ ਨੀਲੀ ਨੂੰ ਸਾਡੇ ਲੈ ਕੇ ਆਉਂਦਾ ਤੇ ਸਾਹਮਣੇ ਮਹਿੰਦੀ ਦੇ ਬੂਟੇ ਹੇਠ ਖਲੋਤੀ ਉਹ ਗਾਗਰ ਦੁੱਧ ਦੀ ਭਰ ਕੇ ਤੁਰ ਜਾਂਦੀ ਸੀ। ਹਰ ਰੋਜ਼ ਸਵੇਰੇ ਪਹਿਲੇ ਨੀਲੀ ਆਉਂਦੀ, ਫਿਰ ਗਵਾਲਾ ਆਉਂਦਾ ਤੇ ਸਿਰ ਤੇ ਚਾਰੇ ਦੀ ਟੋਕਰੀ ਚੁੱਕੀ ਨੀਲੀ ਦੇ ਸਾਹਮਣੇ ਚਾਰਾ ਰੱਖਦਾ, ਉਹਦੇ ਪਿੰਡੇ ਤੇ ਹੱਥ ਫੇਰਦਾ ਤੇ ਫਿਰ ਦੁੱਧ ਚੋਣ ਬੈਠ ਜਾਂਦਾ। ਫਿਰ ਗਾਗਰ ਵਿੱਚ ਧਾਰਾਂ ਦਾ ਸੰਗੀਤ ਵੀ ਸੁਣਾਈ ਦੇਣ ਲੱਗ ਪੈਂਦਾ। ਜਿੰਨਾ ਚਿਰ ਗਵਾਲਾ ਦੁੱਧ ਚੋਂਦਾ ਰਹਿੰਦਾ, ਨੀਲੀ ਟੋਕਰੀ ਵਿੱਚੋਂ ਦਾਣਾ, ਵੜੇਵੇਂ, ਖਲੀ ਆਦਿ ਚਾਰਾ ਖਾਂਦੀ ਰਹਿੰਦੀ। ਦੁੱਧ ਦਾ ਭਾਅ ਚੁਕਾਉਣ ਵੇਲੇ ਇਸ ਤਰ੍ਹਾਂ ਦਾ ਚੰਗਾ ਚਾਰਾ ਖਵਾਉਣ ਦੀ ਵੀ ਸ਼ਰਤ ਤੈਅ ਹੋਈ ਸੀ। ਕਦੇ ਕਦੇ ਮੇਰੀ ਤਰੀਮਤ, ਭਾਵ ਮੇਰੀ ਪਤਨੀ, ਉਚੇਚਾ ਜਾ ਕੇ ਟੋਕਰੀ ਵਿੱਚ ਵੇਖ ਵੀ ਲੈਂਦੀ ਗਵਾਲਾ ਆਪਣਾ ਇਕਰਾਰ ਪੂਰਾ ਕਰ ਰਿਹਾ ਸੀ ਕਿ ਨਹੀਂ। ਚੰਗੀ ਖੁਰਾਕ ਡੰਗਰ ਨੂੰ ਮਿਲੇ ਤੇ ਦੁੱਧ ਵੀ ਚੰਗਾ ਹੀ ਹੁੰਦਾ ਏ ਤੇ ਵਿੱਚੋਂ ਮੱਖਣ ਵੀ ਚੋਖਾ ਹੀ ਨਿਕਲਦਾ ਏ। ਹਰ ਰੋਜ਼ ਸਵੇਰੇ ਨੀਲੀ ਆਉਂਦੀ, ਤਾਵਲੀ ਤਾਵਲੀ। ਕਦੇ ਮੈਂ ਸੋਚਦਾ ਉਸ ਨੂੰ ਮਸਾਲੇਦਾਰ ਚਾਰਾ ਖਾਣ ਦੀ ਕਾਹਲ ਹੁੰਦੀ ਹੈ ਤੇ ਕਦੇ ਮੈਂ ਸੋਚਦਾ ਉਸ ਨੂੰ ਦੁੱਧ ਦੇ ਕੇ ਸੁਰਖਰੂ ਹੋ ਜਾਣ ਦੀ ਖੁਸ਼ੀ ਵੀ ਹੁੰਦੀ ਹੈ। ਨੀਲੀ ਨਿੱਤ ਆਉਂਦੀ, ਕਦੇ ਜਦੋਂ ਅਸੀਂ ਅਜੇ ਸੌਂ ਰਹੇ ਹੁੰਦੇ ਤੇ ਕਦੇ ਜਦੋਂ ਅਸੀਂ ਸੌਂ ਕੇ ਉੱਠ ਰਹੇ ਹੁੰਦੇ ਤੇ ਕਦੇ ਜਦੋਂ ਅਸੀਂ ਸੌਂ ਕੇ ਉੱਠ ਚੁੱਕੇ ਹੁੰਦੇ। ਮਲਕੜੇ ਆਉਂਦੀ, ਪਿੱਤਲ ਦੀ ਗਾਗਰ ਵਿੱਚ ਧਾਰਾਂ ਦਾ ਨਗਮਾ ਛੇੜ ਕੇ ਤੁਰ ਜਾਂਦੀ। ਕਈ ਮਹੀਨੇ ਇੰਝ ਹੀ ਗੁਜ਼ਰ ਗਏ। ਫਿਰ ਇੱਕ ਰੋਜ਼ ਸੁਣਿਆ ਨੀਲੀ ਅੱਜ ਲੱਤ ਮਾਰ ਗਈ ਹੈ, ਭਾਵ ਦੁੱਧ ਦੇਣਾ ਛੱਡ ਗਈ ਹੈ। ਨਵੀਂ ਹੋਈ ਨੂੰ ਵੀ ਕਿੰਨੇ ਦਿਨ ਹੋ ਚੁੱਕੇ ਸਨ, ਪਰ ਬਹੁਤ ਦਿਨ ਖੈਰ ਸਾਨੂੰ ਨੀਲੀ ਦੀ ਉਡੀਕ ਨਹੀਂ ਕਰਨੀ ਪਈ। ਹੁਣ ਨੀਲੀ ਵੀ ਆਉਂਦੀ, ਪਿੱਛੇ ਨੀਲੀ ਦੀ ਵੱਛੀ ਵੀ ਆਉਂਦੀ। ਨਿਰੀ ਪੁਰੀ ਨੀਲੀ ਦੀ ਸ਼ਕਲ, ਗੋਰਾ ਰੰਗ, ਮਲੂਕੜੀ ਜੀ ਚਮੜੀ, ਲੰਮੀ ਫੁੰਮਣਦਾਰ ਪੂਛ, ਸ਼ਰਮਾਕਲ ਲੱਖ ਲੱਜਾਂ ਭਰੀਆਂ ਅੱਖਾਂ ਉਹਦੀਆਂ ਸਨ। ਬੜੀ ਸੋਹਣੀ ਲੱਗਦੀ ਸੀ ਉਹ ਬੱਚੀ। ਮੇਰੀ ਤਰੀਮਤ ਦੀ ਦੁੱਧ ਦੀ ਲੋੜ ਜਿਵੇਂ ਨੀਲੀ ਦੇ ਦੁੱਧ ਦੇਣ ਤੇ ਨਿਰਭਰ ਹੋ ਗਈ ਸੀ।
ਜਿੰਨਾ ਨੀਲੀ ਵੀ ਇੱਕ ਵੇਲੇ ਦਾ ਦੁੱਧ ਦਿੰਦੀ ਸਾਰਾ ਅਸੀਂ ਖਰੀਦ ਲੈਂਦੇ। ਵਸੇ ਵਸੇ ਕਿਸੇ ਹੋਰ ਡੰਗਰ ਦਾ ਦੁੱਧ ਸਾਡੇ ਘਰ ਨਹੀਂ ਸੀ ਵੜਦਾ। ਤੇ ਅੱਜ ਕੱਲ ਮੇਰੀ ਤਰੀਮਤ ਮੁੜ ਮੁੜ ਗਵਾਲੇ ਨੂੰ ਕਹਿੰਦੀ, ਭੈੜਿਆ ਇਸ ਵੱਛੀ ਨੂੰ ਵੀ ਕੁਝ ਛੋੜਿਆ ਕਰ, ਬੜੀ ਵਧੀਆ ਗਾਂ ਬਣੇਗੀ। ਪਰ ਗਵਾਲਾ ਆਪਣੀ ਮਰਜ਼ੀ ਕਰਦਾ। ਜਦੋਂ ਮੇਰੀ ਤਰੀਮਤ ਉਸ ਵੱਛੀ ਬਾਰੇ ਯਾਦ ਕਰਾਉਂਦੀ, ਉਹ ਨੱਕ ਵਿੱਚ ਕੁਝ ਨਾ ਕੁਝ ਗੁਣਗੁਣਾ ਛੱਡਦਾ, ਕਿਉਂਕਿ ਵੱਛੀ ਦੇ ਮੂੰਹ ਮਾਰਨ ਤੇ ਨੀਲੀ ਦੁੱਧ ਲਾਹ ਦਿੰਦੀ ਸੀ। ਅੱਜ ਕੱਲ ਗਵਾਲੇ ਨੇ ਮਸਾਲਾ ਹੀ ਲਿਆਉਣਾ ਬੰਦ ਕਰ ਛੱਡਿਆ ਸੀ। ਸਾਡੇ ਸ਼ਿਕਾਇਤ ਕਰਨ ਤੇ ਉਹ ਹਮੇਸ਼ਾ ਕਹਿੰਦਾ ਉਹ ਮਸਾਲਾ ਬਕਾਇਦਾ ਖਵਾਉਂਦਾ ਸੀ, ਕੇਵਲ ਵਕਤ ਹੀ ਉਸਨੇ ਬਦਲ ਛੱਡਿਆ ਸੀ। ਸ਼ਾਮੀ ਤੂੜੀ ਨਾਲ ਵੀ ਖਵਾ ਛੱਡਦਾ ਸੀ ਉਹ। ਮੇਰੀ ਤਰੀਮਤ ਖਪਦੀ ਰਹਿੰਦੀ, ਇਸ ਗੱਲ ਤੇ ਖਪ ਹਟਦੀ ਕਿ ਦੁੱਧ ਅੱਜ ਕੱਲ ਪਾਣੀ ਵਰਗਾ ਸੀ, ਤੇ ਕਦੇ ਇਸ ਗੱਲ ਤੇ ਖਪਣ ਲੱਗ ਪੈਂਦੀ ਕਿ ਗਵਾਲਾ ਵੱਛੀ ਲਈ ਚੂਲੀ ਦੁੱਧ ਨਹੀਂ ਸੀ ਬਚਾਉਂਦਾ। ਤੇ ਵਿਚਾਰੀ ਬੇਜ਼ਬਾਨ ਵੱਛੀ ਹੱਡੀਆਂ ਦੀ ਮੁੱਠ ਨਿਕਲਦੀ ਆ ਰਹੀ ਸੀ। ਪਰ ਗਵਾਲਾ ਕਹਿੰਦਾ, ਨੀਲੀ ਵੱਛੀ ਲਈ ਦੁੱਧ ਛੁਪਾ ਕੇ ਰੱਖ ਲੈਂਦੀ ਏ ਤੇ ਪਿੱਛੇ ਉਸ ਨੂੰ ਪਿਲਾ ਦਿੰਦੀ ਏ। ਤੇ ਹਮੇਸ਼ਾ ਮੁੜ ਮੁੜ ਥਣਾ ਨੂੰ ਧੁੱਸ ਮਾਰ ਰਹੀ ਵੱਛੀ ਵੱਲ ਇਸ਼ਾਰੇ ਕਰ ਕਰਕੇ ਸਾਨੂੰ ਝੂਠਿਆਂ ਕਰਨ ਦੀ ਕੋਸ਼ਿਸ਼ ਵੀ ਕਰਦਾ ਰਹਿੰਦਾ। ਅਖੀਰ ਉਹੀ ਗੱਲ ਹੋਈ, ਵਿਚਾਰੀ ਵੱਛੀ ਮਰ ਗਈ। ਅਗਲੇ ਰੋਜ਼ ਗਵਾਲਾ ਨਿੱਕਾ ਜਿਹਾ ਮੂੰਹ ਲੈ ਕੇ ਸਾਡੇ ਘਰੇ ਆਇਆ। ਪਿਛਲੀ ਰਾਤ ਵੱਛੀ ਮਰ ਗਈ ਸੀ ਤੇ ਨੀਲੀ ਨੇ ਕੁਝ ਖਾਧਾ ਹੀ ਨਹੀਂ ਸੀ ਤੇ ਨਾ ਹੀ ਕੁਝ ਪੀਤਾ ਸੀ। ਇੱਕ ਦਿਨ ਦੁੱਧ ਦਾ ਨਾਗਾ ਹੋ ਜਾਣਾ ਸੀ। ਮੇਰੀ ਤਰੀਮਤ ਦੰਦ ਕਰੀਚ ਕੇ ਰਹਿ ਗਈ। ਉਸ ਨੂੰ ਪਤਾ ਸੀ ਗਵਾਲਾ ਵੱਛੀ ਨੂੰ ਜਾਣ ਕੇ ਮਾਰ ਰਿਹਾ ਸੀ। ਪਹਿਲੇ ਵੀ ਤੇ ਨੀਲੀ ਦਾ ਵੱਛਾ ਵੱਛੀ ਕੋਈ ਨਹੀਂ ਸੀ, ਪਰ ਅੱਗੇ ਗਵਾਲੇ ਵਿਚਾਰੇ ਦਾ ਨੁਕਸਾਨ ਹੋ ਰਿਹਾ ਸੀ। ਖਬਰੇ ਗਾਂ ਉੱਕਾ ਹੀ ਲੱਤ ਮਾਰ ਜਾਵੇ। ਡੰਗਰ ਦਾ ਪਤਾ ਨਹੀਂ ਹੁੰਦਾ ਤੇ ਅਸੀਂ ਚੁੱਪ ਕਰ ਗਏ। ਨਾਲੇ ਗਵਾਲੇ ਦੀਆਂ ਅੱਖੀਆਂ ਵਿੱਚ ਅੱਥਰੂਆਂ ਦਾ ਪਹਿਲਾਂ ਹੀ ਡੁੱਲ ਪੈ ਰਹੇ ਸਨ। ਚੂਲੀ ਦੁੱਧ ਬਚਾਉਣ ਲਈ ਭੈੜੇ ਨੇ ਵੱਛੀ ਗਵਾ ਲਈ ਏ। ਗਵਾਲਾ ਜਦੋਂ ਮੁੜਿਆ ਤਾਂ ਮੇਰੀ ਤਰੀਮਤ ਭਾਵ ਪਤਨੀ ਨੇ ਆਪਣੇ ਹੋਠਾਂ ਵਿੱਚੋਂ ਬੁੜਬੁੜਾ ਰਹੀ ਸੀ। ਅਗਲੇ ਰੋਜ਼ ਸਵੇਰੇ ਮੈਂ ਵੇਖਿਆ ਕੋਠੀ ਦੇ ਸਾਹਮਣੇ ਗੇਟ ਦੇ ਬਾਹਰ ਨੀਲੀ ਆ ਕੇ ਖੜੋ ਗਈ। ਪਿੱਛੇ ਗਵਾਲਾ ਆ ਰਿਹਾ ਸੀ। ਉਹਦੇ ਸਿਰ ਤੇ ਮਸਾਲੇ ਦੀ ਟੋਕਰੀ ਸੀ। ਅਕਸਰ ਸਵੇਰੇ ਜਦੋਂ ਨੀਲੀ ਇੰਝ ਆਉਂਦੀ ਤੇ ਉਹ ਧੁੱਸ ਮਾਰ ਕੇ ਗੇਟ ਨੂੰ ਖੋਲ੍ਹ ਲੈਂਦੀ ਸੀ, ਪਰ ਅੱਜ ਚੁੱਪ ਚਪੀਤੇ ਜੇ ਆ ਕੇ ਗੇਟ ਦੇ ਬਾਹਰ ਖੜੋ ਗਈ ਸੀ। ਅਕਸਰ ਜੇ ਕਦੇ ਗੇਟ ਬੰਦ ਹੁੰਦਾ ਤਾਂ ਉਹ ਆਪਣੇ ਸਿੰਗਾਂ ਨਾਲ ਗੇਟ ਨੂੰ ਖੜਕਾਉਣ ਲੱਗ ਪੈਂਦੀ ਸੀ। ਅੱਜ ਉਸਨੇ ਇੰਜ ਨਹੀਂ ਸੀ ਕੀਤਾ। ਵੀਰਾਨ ਪਰਵਟਿਆਂ ਹੇਠ ਉਦਾਸ ਅੱਖੀਆਂ ਉਹ ਨਿੰਮੋ ਝਣ ਆ ਕੇ ਖਲੋ ਗਈ ਸੀ। ਤਾਵਲਾ ਗਵਾਲਾ ਆਇਆ, ਉਸ ਗੇਟ ਖੋਲਿਆ। ਉਹਦੇ ਪਿੱਛੇ ਨੀਲੀ ਵੀ ਆਈ। ਗਿਣ ਕੇ ਕਦਮ ਰੱਖ ਰਹੀ ਸੀ ਵਿਚਾਰੀ। ਅੱਜ ਬਰਾਂਡੇ ਵਿੱਚ ਮੈਂ ਖਲੋਤਾ ਸਾਂ, ਕੋਲ ਮੇਰੀ ਤਰੀਮਤ ਖਲੋਤੀ ਸੀ ਤੇ ਮੇਰੀ ਤਰੀਮਤ ਦੀ ਕੁੱਛੜ ਸਾਡੀ ਬੱਚੀ ਸੀ। ਹੁਮਲੀਆਂ ਭਰ ਰਹੀ ਸੀ, ਉਛਲ ਪੈ ਰਹੀ ਸੀ, ਕਿਲਕਾਰੀਆਂ ਮਾਰ ਰਹੀ ਸੀ। ਤੇ ਮਹਿੰਦੀ ਦੇ ਬੂਟੇ ਹੇਠ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆ ਰੱਖੀ ਤੇ ਉਹ ਹੱਥ ਮਾਰ ਕੇ ਖਲੀ ਦੀ ਖੱਟੀ ਖੁਸ਼ਬੂ ਨੂੰ ਖਿਲਾਰਨ ਲੱਗ ਪਿਆ। ਨੀਲੀ ਅਜੇ ਵੀ ਨਹੀਂ ਸੀ ਪਹੁੰਚੀ। ਫਿਕਰਾਂ ਵਿੱਚ ਗੜੁੰਦ, ਉਖੜੇ ਕਦਮ, ਬੇਦਿਲੇ ਪੈਰ ਉਹ ਆ ਰਹੀ ਸੀ। ਮਹਿੰਦੀ ਹੇਠ ਆ ਕੇ ਖੜੋ ਗਈ। ਉਸ ਟੋਕਰੀ ਵੱਲ ਵੇਖਿਆ ਤੱਕ ਨਹੀਂ। ਗਵਾਲੇ ਨੇ ਮਸਾਲੇ ਵਿੱਚ ਫੇਰ ਆਪਣੀ ਬਾਂਹ ਫੇਰੀ ਤੇ ਟੋਕਰੀ ਨੂੰ ਉਛਾਲ ਕੇ ਵੜੇਵਿਆਂ ਨੂੰ ਵਿਖਾਇਆ, ਦਾਣਿਆਂ ਨੂੰ ਵਿਖਾਇਆ। ਇਸ ਵਾਰ ਖਲੀ ਦੀ ਖੁਸ਼ਬੂ ਸਾਡੇ ਬਰਾਂਡੇ ਤੱਕ ਵੀ ਆ ਗਈ। ਨੀਲੀ ਅੱਗੇ ਹੋਈ ਪਰ ਫੇਰ ਰੁਕ ਗਈ, ਫੇਰ ਅੱਗੇ ਹੋਈ, ਮੂੰਹ ਉਸ ਮੋੜ ਲਿਆ। ਕਿੰਨਾ ਚਿਰ ਜਿਵੇਂ ਸੋਚਦੀ ਰਹੀ। ਸਾਹਮਣੇ ਟੋਕਰੀ ਵਿੱਚ ਪੀਲਾ ਦਾਣਾ ਸੀ। ਇਧਰੋਂ ਖਾਓ ਉਹਦਾ ਹਜ਼ਮ ਹੋ ਜਾਵੇ, ਨਾਲੇ ਖਲੀ ਖਾਓ ਤੇ ਭੁੱਖ ਵੀ ਕਿੰਨੀ ਲੱਗਦੀ ਏ। ਪਰ ਅੱਜ ਨੀਲੀ ਤੋਂ ਕੁਝ ਖਾਧਾ ਨਹੀਂ ਸੀ ਜਾ ਰਿਹਾ। ਗਵਾਲਾ ਨੀਲੀ ਦੇ ਸਿਰ ਤੇ ਹੱਥ ਫੇਰਨ ਲੱਗ ਪਿਆ, ਮੂੰਹ ਨਾਲ ਉਸ ਨੂੰ ਪਚਕਾਰਨ ਲੱਗ ਪਿਆ। ਕਿੰਨਾ ਚਿਰ ਇੰਜ ਕਰਦਾ ਰਿਹਾ। ਟੋਕਰੀ ਕੋਲ ਬੈਠ ਕੇ ਉਸ ਫੇਰ ਹੱਥ ਫੇਰਿਆ। ਖਲੀ ਦੀ ਖੁਸ਼ਬੂ ਫੇਰ ਉੱਡੀ।
ਨੀਲੀ ਦੀ ਜਿਵੇਂ ਅੱਬੜਵਾਏ ਗਰਦਨ ਉਸ ਪਾਸੇ ਵੱਲ ਮੁੜ ਗਈ ਸੀ। ਆਪ ਹੀ ਆਪ ਉਸ ਦਾ ਕਦਮ ਜਿਵੇਂ ਅੱਗੇ ਪਿਆ ਤੇ ਉਸ ਟੋਕਰੀ ਵਿੱਚ ਆਪਣੀ ਬੂਥਨੀ ਨੂੰ ਛੱਡ ਦਿੱਤਾ ਤੇ ਕਿੰਨਾ ਚਿਰ ਇੰਜ ਉਹ ਮਸਾਲੇ ਵਿੱਚ ਆਪਣਾ ਮੂੰਹ ਪਾ ਕੇ ਖਲੋਤੀ ਰਹੀ। ਪਰ ਨੀਲੀ ਤੋਂ ਕੁਝ ਖਾਦਾ ਨਹੀਂ ਸੀ ਗਿਆ। ਅੱਜ ਨੀਲੀ ਤੋਂ ਕੁਝ ਨਹੀਂ ਸੀ ਖਾਦਾ ਜਾ ਰਿਹਾ। ਤੇ ਫਿਰ ਨੀਲੀ ਨੇ ਆਪਣੀ ਬੂਥਨੀ ਨੂੰ ਚੁੱਕ ਲਿਆ, ਗਰਦਨ ਨੂੰ ਟੋਕਰੀ ਵੱਲ ਮੋੜ ਉਸ ਲਿਆ ਤੇ ਜਿਵੇਂ ਉਧਰ ਆਪਣੀ ਕੰਡ ਕਰਕੇ ਖਲੋ ਗਈ। ਪਰੇਸ਼ਾਨ ਨਜ਼ਰਾਂ ਗਵਾਲੇ ਨੇ ਸਾਡੇ ਵੱਲ ਵੇਖਿਆ ਤੇ ਬੇਵੱਸ ਟੋਕਰੀ ਨੂੰ ਸਿਰ ਤੇ ਚੱਕ ਕੇ ਉਹ ਮੁੜ ਪਿਆ। ਪਿੱਛੇ ਉਹਦੇ ਨੀਲੀ ਤੁਰ ਪਈ। ਚੂਲੀ ਦੁੱਧ ਬਚਾਉਣ ਲਈ ਭੈੜੇ ਨੇ ਵੱਛੀ ਗਵਾ ਲਈ ਏ। ਮੇਰੀ ਤਰੀਮਤ ਨੇ ਆਪਣੇ ਹੋਠਾਂ ਵਿੱਚ ਫੇਰ ਬੁੜਬੜਾਇਆ ਤੇ ਫੇਰ ਅੰਦਰ ਨੌਕਰ ਨੂੰ ਕਹਿਣ ਲਈ ਤੁਰ ਗਈ ਕਿ ਉਹ ਅੱਜ ਡੇਅਰੀ ਤੋਂ ਦੁੱਧ ਲੈ ਆਵੇ। ਸਾਡੀ ਬੱਚੀ ਹੁਣ ਮੇਰੀ ਛਾਤੀ ਨਾਲ ਲੱਗੀ ਹੋਈ ਸੀ ਤੇ ਬਰਾਂਡੇ ਵਿੱਚ ਟਹਿਲਦਾ ਮੈਂ ਦੂਰ ਸੜਕ ਤੇ ਅੱਗੇ ਗਵਾਲੇ ਨੂੰ ਜਾਂਦਾ ਵੇਖ ਰਿਹਾ ਸਾਂ ਤੇ ਉਹਦੇ ਪਿੱਛੇ ਨੀਲੀ ਨੂੰ, ਜਿਵੇਂ ਕੋਈ ਹਨੇਰੇ ਵਿੱਚ ਗਰੋਲੇ ਦਿੰਦਾ ਰਾਹ ਟੋਲਦਾ ਜਾ ਰਿਹਾ ਹੋਵੇ। ਨਾਲੇ ਡੇਅਰੀ ਤੋਂ ਗੋਆ ਵੀ ਤਣਕ ਲੈ ਆਵੀਂ, ਕੱਲ ਸੰਗਰਾਂਦ ਦੇ ਚੌਂਕਾ ਲਿੰਬਣਾ ਹੋਵੇਗਾ। ਮੇਰੀ ਤਰੀਮਤ ਅੰਦਰ ਨੌਕਰ ਨੂੰ ਸਮਝਾ ਰਹੀ ਸੀ ਤੇ ਮੈਂ ਅਜੇ ਵੀ ਦੂਰ ਸੜਕ ਤੇ ਜਾ ਰਹੀ ਨੀਲੀ ਵੱਲ ਵੇਖ ਰਿਹਾ ਸਾਂ, ਜਿਵੇਂ ਪੇਤਲੇ ਪਾਣੀ ਵਿੱਚ ਸੁੱਕੀ ਗੇਲੀ ਡਿੱਕੋ ਡੋਲੇ ਖਾਂਦੀ ਹੋਵੇ, ਜਿਵੇਂ ਬਿਖਰੇ ਪੈਂਡਿਆਂ ਵਿੱਚ ਅਣਖਿਆਲਿਆ ਹੰਝੂ ਹੋਵੇ, ਕੱਟੀ ਹੋਈ ਗੁੱਡੀ ਵਾਂਗ ਜਿਵੇਂ ਟੈਣ ਕਰ ਰਹੀ ਹੋਵੇ। ਉਹ ਅੱਖੀਆਂ ਓਲੇ ਹੋ ਰਹੀ ਸੀ। ਤੇਜ਼ ਆ ਜਾ ਰਹੇ ਲੋਕ ਵਿੱਚ ਗੁੰਮਦੀ ਜਾ ਰਹੀ ਸੀ। ਸੜਕ ਤੇ ਕਈ ਲੋਕ ਕਿੰਨੇ ਤੇਜ਼ੀ ਨਾਲ ਤੁਰਦੇ ਸਨ। ਅਗਲੇ ਰੋਜ਼ ਅਜੇ ਮੂੰਹ ਝਾਖੜਾ ਹੀ ਸੀ ਕਿ ਮੈਂ ਵੇਖਿਆ ਸਾਹਮਣੇ ਕੋਠੀ ਦਾ ਗੇਟ ਖੁੱਲਿਆ। ਅੱਗੇ ਗਵਾਲਾ ਸੀ ਤੇ ਸਿਰ ਤੇ ਮਸਾਲੇ ਦੀ ਟੋਕਰੀ ਚੁੱਕੀ ਤੇ ਉਹਦੇ ਪਿੱਛੇ ਨੀਲੀ ਆ ਮੂੰਹ ਚੁੱਕੀ ਜਿਵੇਂ ਖਲੀ ਦੀ ਖੱਟੀ ਖੁਸ਼ਬੂ ਸੁੰਘ ਰਹੀ ਹੋਵੇ। ਮੈਂ ਸੋਚਿਆ ਗਵਾਲੇ ਨੇ ਮੈਦਾਨ ਮਾਰ ਲਿਆ ਏ। ਉਹੀ ਗੱਲ ਹੋਈ, ਮਹਿੰਦੀ ਦੇ ਰੁੱਖ ਥੱਲੇ ਉਸਨੇ ਆ ਕੇ ਟੋਕਰੀ ਰੱਖੀ ਹੀ ਸੀ ਤੇ ਨੀਲੀ ਅੱਗੇ ਵੱਧ ਕੇ ਟੋਕਰੀ ਵਿੱਚ ਮੂੰਹ ਮਾਰਨ ਲੱਗ ਪਈ। ਕੁਝ ਚਿਰ ਉਸ ਨੂੰ ਇੰਜ ਮਸਾਲਾ ਖਾਂਦੀ ਨੂੰ ਵੇਖ ਗਵਾਲਾ ਗਾਗਰ ਫੜੀ ਨੀਲੀ ਦੇ ਹੇਠ ਬੈਠ ਗਿਆ। ਨੀਲੀ ਪਰੇ ਹੋ ਗਈ। ਗਵਾਲੇ ਨੇ ਮੁੜ ਕੇ ਉਸ ਦੇ ਮੂੰਹ ਵੱਲ ਵੇਖਿਆ। ਟੋਕਰੀ ਵਿੱਚ ਮੂੰਹ ਦਿੱਤੀ ਮਸਾਲਾ ਖਾਂਦੀ ਜਾ ਰਹੀ ਸੀ ਤੇ ਗਵਾਲਾ ਫੇਰ ਨੀਲੀ ਵੱਲ ਜਰਾ ਖਿਸਕਿਆ ਤੇ ਨੀਲੀ ਹੋਰ ਪਰੇ ਹੋ ਗਈ। ਗਵਾਲਾ ਹਾਰ ਕੇ ਉੱਠ ਖਲੋਤਾ ਤੇ ਨੀਲੀ ਮਸਾਲੇ ਦੀ ਟੋਕਰੀ ਵਿੱਚ ਆਪਣੀ ਬੂਥਨੀ ਜਮਾਈ ਹੌਲੇ ਮਸਾਲਾ ਖਾਂਦੀ ਜਾ ਰਹੀ ਸੀ। 3 ਦਿਨ ਦੀ ਭੁੱਖੀ ਸੀ ਵਿਚਾਰੀ ਉਹ। ਤੇ ਗਵਾਲਾ ਉਹਦੇ ਪਿੰਡੇ ਤੇ ਹੱਥ ਫੇਰਨ ਲੱਗ ਪਿਆ। ਕਿੰਨਾ ਚਿਰ ਲਾੜ ਨਾਲ ਉਹਦੀ ਪਿੱਠ ਤੇ ਆਪਣੇ ਪੋਟਿਆਂ ਨੂੰ ਫੇਰਦਾ ਰਿਹਾ ਤੇ ਵਿੱਚ ਮੂੰਹ ਨਾਲ ਉਸ ਨੂੰ ਪਚਕਾਰਨ ਵੀ ਲੱਗ ਪੈਂਦਾ। ਮੁੜ ਉਸ ਨੂੰ ਨੀਲ ਕਹਿ ਕੇ ਬੁਲਾਉਂਦਾ। ਕੋਈ 5 ਮਿੰਟ ਇੰਜ ਕਰਦਾ ਰਿਹਾ ਉਹ। ਫਿਰ ਗਵਾਲਾ ਪੋਲੇ ਜੇ ਨੀਲੀ ਥੱਲੇ ਫਿਰ ਬੈਠ ਗਿਆ। ਹੁਣ ਨੀਲੀ ਮਸਾਲਾ ਜਰਾ ਤੇਜ਼ੀ ਨਾਲ ਖਾ ਰਹੀ ਸੀ। ਉਹ ਹਿੱਲੀ ਨਹੀਂ। ਇੱਕ ਨਜ਼ਰ ਉਸ ਦੇ ਮੂੰਹ ਵੱਲ ਵੇਖ ਕੇ ਗਵਾਲੇ ਨੇ ਨੀਲੀ ਦੇ ਥਣਾ ਵੱਲ ਹੱਥ ਵਧਾਇਆ ਤੇ ਨੀਲੀ ਲੱਤ ਛੰਡ ਕੇ ਫੇਰ ਪਰੇ ਹੋ ਗਈ। ਗਵਾਲਾ ਫੇਰ ਆਪਣਾ ਜਿਹਾ ਮੂੰਹ ਲੈ ਕੇ ਉੱਠ ਖੜੋਤਾ। ਮਸਾਲਾ ਤੇ ਖਾਂਦੀ ਜਾ ਰਹੀ ਸੀ ਪਰ ਦੁੱਧ ਦਾ ਨਾਂ ਨਹੀਂ ਸੀ ਦੇ ਰਹੀ। ਗਵਾਲਾ ਅੱਗੇ ਹੋ ਕੇ ਨੀਲੀ ਦੇ ਨਿੱਕੇ ਸਿੰਗਾਂ ਨੂੰ ਫਿਰ ਸਹਿਲਾਣ ਲੱਗ ਪਿਆ। ਫਿਰ ਉਹਦੀ ਗਰਦਨ ਨੂੰ ਆਪਣੀਆਂ ਉਂਗਲੀਆਂ ਨਾਲ ਪਲੋਸਣ ਵੀ ਲੱਗ ਪਿਆ ਤੇ ਕਿੰਨਾ ਚਿਰ ਇੰਜ ਕਰਦਾ ਰਿਹਾ ਉਹ। ਗਰਦਨ ਨੂੰ ਲਡਿਆਉਂਦਿਆਂ ਗਵਾਲਾ ਪਿੱਠ ਤੇ ਪੋਲੇ ਹੱਥ ਫੇਰਨ ਲੱਗ ਪਿਆ। ਪਿੱਠ ਤੇ ਹੱਥ ਫੇਰਦਾ ਉਹ ਪੂਛ ਨੀਲੀ ਦੀ ਪੂਛ ਨਾਲ ਖੇਡਦਾ ਵੀ ਰਿਹਾ। ਇੰਜ ਪਿਆਰ ਫਿਰ ਉਸਨੇ ਮਲਕਣੇ ਜੇ ਨੀਲੀ ਦੇ ਹੇਠ ਫਿਰ ਬੈਠ ਗਿਆ। ਕਿੰਨਾ ਚਿਰ ਬੈਠ ਪੂਛ ਨੂੰ ਉਹ ਮਲਦਾ ਰਿਹਾ। ਨੀਲੀ ਦੀਆਂ ਪਿਛਲੀਆਂ ਟੰਗਾਂ ਤੋਂ ਗੋਹੇ ਦੀਆਂ ਛਿੱਟਾਂ ਨੂੰ ਪੋਟਿਆਂ ਨਾਲ ਲਾਉਂਦਾ ਰਿਹਾ। ਫਿਰ ਉਸਨੇ ਭਗਵਾਨ ਦਾ ਨਾਂ ਲਿਆ ਤੇ ਉਹਦੇ ਇੱਕ ਥਣ ਨੂੰ ਪੋਲੇ ਜੇ ਫੜਿਆ ਤੇ ਨੀਲੀ ਨੇ ਤਰਪ ਕੇ ਜ਼ੋਰ ਨਾਲ ਲੱਤ ਛੰਡੀ ਤੇ ਫੁੰਕਾਰਦੀ ਹੋਈ ਫੇਰ ਪਰੇ ਹਟ ਗਈ। ਗਵਾਲਾ ਕ੍ਰੋਧ ਵਿੱਚ ਉੱਠਿਆ। ਇੱਕ ਨਜ਼ਰ ਉਸ ਨੀਲੀ ਵੱਲ ਫੇਰ ਵੇਖਿਆ। ਉਹਦੀਆਂ ਨਜ਼ਰਾਂ ਵਿੱਚ ਗਜ਼ਬ ਸੀ। ਇੱਕ ਸਾਹ ਨੀਲੀ ਮਸਾਲੇ ਨੂੰ ਖਾ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਤੇ ਗਵਾਲੇ ਨੇ ਅੱਗੇ ਵੱਧ ਕੇ ਮਸਾਲੇ ਦੀ ਟੋਕਰੀ ਨੂੰ ਖੋਹ ਲਿਆ ਤੇ ਉਸਨੇ ਸਿਰ ਤੇ ਰੱਖ ਤੇਜ਼ ਕਦਮ ਮੁੜ ਤੁਰਿਆ। ਨੀਲੀ ਉੱਥੇ ਦੀ ਉੱਥੇ ਹੀ ਖਲੋਤੀ ਗਰਦਨ ਮੋੜ ਗਵਾਲੇ ਨੂੰ ਵੇਖਣ ਲੱਗ ਪਈ। ਉਹ ਤੇ ਮਸਾਲੇ ਦੀ ਟੋਕਰੀ ਚੁੱਕੀ ਵਾਹੋ ਦਾਹੀ ਜਾ ਰਿਹਾ ਸੀ। ਦੂਰ ਕੋਠੀ ਦੇ ਗੇਟ ਕੋਲ ਜਦੋਂ ਪੁੱਜਾ
ਨੀਲੀ ਉਡਿੰਗੀ ਜਿਵੇਂ ਉਸ ਨੂੰ ਬੁਲਾ ਰਹੀ ਹੋਵੇ, ਤੇ ਗਵਾਲੇ ਨੇ ਪਰਵਾਹ ਹੀ ਨਹੀਂ ਕੀਤੀ। ਜਦੋਂ ਹੱਥ ਵਧਾ ਕੇ ਗੇਟ ਨੂੰ ਖੋਲਣ ਲੱਗਾ ਤਾਂ ਨੀਲੀ ਫੇਰ ਉਡਿੰਗੀ ਜਿਵੇਂ ਉਸ ਨੂੰ ਕਹਿ ਕੇ ਬੁਲਾਇਆ। ਗਵਾਲਾ ਗੁੱਸੇ ਵਿੱਚ ਕੋਠੀ ਤੋਂ ਬਾਹਰ ਚਲਾ ਗਿਆ। ਕਿੰਨਾ ਚਿਰ ਉਂਝ ਦੀ ਉਂਝ ਮਹਿੰਦੀ ਹੇਠ ਖਲੋਤੀ ਬੂਥੀ ਚੁੱਕੀ ਨੀਲੀ ਗੇਟ ਵੱਲ ਵੇਖਦੀ ਰਹੀ, ਜਿਵੇਂ ਗਵਾਲੇ ਨੂੰ ਉਡੀਕ ਰਹੀ ਹੋਵੇ। ਵਿੱਚ ਨੀਲੀ ਕਦੇ-ਕਦੇ ਉਡਿੰਗਦੀ, ਜਿਵੇਂ ਗਵਾਲੇ ਨੂੰ ਆਵਾਜ਼ਾਂ ਦੇ ਰਹੀ ਹੋਵੇ, ਜਿਵੇਂ ਨੀਲੀ ਉਸ ਨੂੰ ਕਹਿ ਰਹੀ ਹੋਵੇ, ਮੇਰੇ ਮਾਲਕ, ਤੈਨੂੰ ਕਿਉਂ ਨਹੀਂ ਸਮਝ ਆਉਂਦੀ? ਅੱਜ ਤੇ 2 ਦਿਨ ਹੀ ਹੋਏ ਨੇ ਮੇਰੀ ਬੱਚੀ ਨੂੰ ਮੋਇਆ। ਮੇਰੀ ਕੁੱਖੋਂ ਜਾਈ ਮੇਥੋਂ ਖੋਹ ਲਈ ਗਈ ਹੈ ਮੇਰੀ ਆਂਦਰ। ਹਾਏ, ਉਹਦੀ ਯਾਦ ਵਿਸਾਰਿਆ ਨਹੀਂ ਵਿਸਰਦੀ। ਇਸ ਪੇਟ ਭੈੜੇ ਦਾ ਕੀ ਕਰਾਂ? ਇਸ ਵਿੱਚ ਤੇ ਝੁਲਕਾ ਪਾਉਣਾ ਹੀ ਪੈਣਾ ਏ। ਅੱਜ 3 ਦਿਨ ਦੀ ਮੈਂ ਭੁੱਖੀ ਪਾਣੀ ਡਿੱਕੋ ਡੋਲੇ ਖਾਂਦੀ ਪਈ ਆ। ਤੈਨੂੰ ਕਿਉਂ ਨਹੀਂ ਸਮਝ ਆਉਂਦੀ? ਇਹਨਾਂ ਥਣਾਂ ਨੂੰ ਮੇਰੀ ਲਾਡਲੀ ਦੇ ਪੋਲੇ ਪੋਲੇ ਹੋਂਠ ਜਦੋਂ ਲੱਗਦੇ ਸਨ ਤੇ ਆਪਣੇ ਆਪ ਹੀ ਮੇਰਾ ਦੁੱਧ ਲੈ ਆਉਂਦਾ ਸੀ। ਇੰਜ ਧੁੱਸਾਂ ਮਾਰਦੀ ਸੀ ਲਾਡ ਵਿੱਚ ਉਹ ਮੇਰੀ ਖੀਰੀ। ਤੈਨੂੰ ਨਹੀਂ ਪਤਾ ਮਾਂ ਬੱਚੇ ਦਾ ਕੀ ਰਿਸ਼ਤਾ ਹੁੰਦਾ ਏ। ਮੈਂ ਨਹੀਂ ਕਹਿੰਦੀ ਕਿ ਮੈਂ ਉਸ ਨੂੰ ਭੁੱਲਾਂਗੀ ਨਹੀਂ, ਮੈਂ ਉਸ ਨੂੰ ਭੁੱਲ ਜਾਵਾਂਗੀ। ਮੈਂ ਨਹੀਂ ਕਹਿੰਦੀ ਕਿ ਮੈਂ ਹਮੇਸ਼ਾ ਦੁੱਧ ਹੀ ਨਹੀਂ ਦੇਵਾਂਗੀ, ਮੈਂ ਦੁੱਧ ਦਿਆਂਗੀ। ਪਰ ਕੁਝ ਚਿਰ ਹੋਰ ਤੂੰ ਸਬਰ ਤਾਂ ਕਰ ਲੈ। ਖਬਰੇ ਇੱਕ ਦਿਨ ਹੋਰ ਤੇ ਫਿਰ ਮੈਂ ਆਪਣੇ ਦਿਲ ਦੇ ਟੁਕੜੇ ਨੂੰ ਭੁੱਲ ਜਾਵਾਂਗੀ। ਫਿਰ ਉਹ ਮੈਨੂੰ ਆਪਣਾ ਲਾਭ ਚਾਪ ਖਾਲੀ ਖਾਲੀ ਨਹੀਂ ਲੱਗੇਗਾ। ਅੱਗੇ ਪਿੱਛੇ ਮੈਨੂੰ ਇਹ ਹਨੇਰਾ ਨਹੀਂ ਮਹਿਸੂਸ ਹੋਵੇਗਾ। ਤੇ ਫਿਰ ਮਸਾਲਾ ਖਾਂਦੀ ਆਪਣੇ ਧਿਆਨ ਮੈਂ ਦੁੱਧ ਲਾ ਦਿਆ ਕਰਾਂਗੀ। ਮੈਂ ਹੁਣ ਦੁੱਧ ਨੂੰ ਕਰਨਾ ਵੀ ਕੀ ਏ? ਦੁੱਧ ਪੀਣ ਵਾਲੀ ਤੇ ਤੁਰ ਗਈ ਏ। ਤੂੰ ਮੋੜਿਆ, ਇੰਜ ਮੈਨੂੰ ਭੁੱਖਾ ਨਾ ਮਾਰ। ਅੱਗੇ ਥੋੜਾ ਮੇਰੇ ਨਾਲ ਅਨਿਆਏ ਹੋਇਆ ਏ। ਤੂੰ ਮੋੜਿਆ ਮੇਰੇ ਮਾਲਕ। ਕਿੰਨਾ ਚਿਰ ਮਹਿੰਦੀ ਹੇਠ ਉਂਝ ਦੀ ਉਂਝ ਖੜੋਤੀ ਨੀਲੀ ਕੋਠੀ ਦੇ ਗੇਟ ਵੱਲ ਵੇਖਦੀ ਰਹੀ। ਗਵਾਲਾ ਨਹੀਂ ਮਿਲਿਆ। ਸੋ ਪਿਆਰੇ ਵਿਦਿਆਰਥੀਓ, ਇਸ ਕਹਾਣੀ ਦੇ ਵਿੱਚ ਸਰਦਾਰ ਕਰਤਾਰ ਸਿੰਘ ਜੀ ਦੁੱਗਲ ਜੀ ਨੇ ਬੜੇ ਵਧੀਆ ਸੋਹਣੇ ਤਰੀਕੇ ਦੇ ਨਾਲ ਇੱਕ ਪਸ਼ੂ ਦੀ ਮਨੋਬਿਰਤੀ ਨੂੰ ਬੜਾ ਵਧੀਆ ਤਰੀਕੇ ਨਾਲ ਬਿਆਨਿਆ ਹੈ। ਕਿਵੇਂ ਇੱਕ ਪਸ਼ੂ ਦਾ ਵੀ ਆਪਣੇ ਬੱਚੇ ਦੇ ਨਾਲ ਬਹੁਤ ਜ਼ਿਆਦਾ ਲਗਾਅ ਹੁੰਦਾ ਹੈ ਤੇ ਉਸ ਦਾ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਉਸ ਦੇ ਅੰਦਰ ਵੀ ਆਪਣੇ ਬੱਚੇ ਦੇ ਪ੍ਰਤੀ ਲਾਡ ਤੇ ਭਾਵਨਾਵਾਂ ਜਾਗਦੇ ਹਨ। ਸੋ ਸਾਡੇ ਆਲੇ ਦੁਆਲੇ ਚੁਗਿਰਦੇ ਦੇ ਵਿੱਚ ਹਮੇਸ਼ਾ ਹੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ। ਬੱਚਿਓ, ਇਸ ਕਹਾਣੀ ਦੇ ਵਿੱਚੋਂ ਜਿੱਥੋਂ ਤੱਕ ਸਾਡੇ ਸਿਲੇਬਸ ਨਾਲ ਸੰਬੰਧ ਹੈ ਤੇ ਸਾਨੂੰ ਇਮਤਿਹਾਨਾਂ ਦੇ ਵਿੱਚ ਇੱਕ ਸਾਰ ਆਉਣਾ ਹੈ ਜਿਹੜਾ ਅਸੀਂ 500 ਸ਼ਬਦਾਂ ਦੇ ਵਿੱਚ ਕਰਨਾ ਹੈ। ਇਸ ਸਾਰੀ ਕਹਾਣੀ ਨੂੰ ਜਿਸ ਨੂੰ ਮੈਂ ਬਿਆਨਿਆ ਹੈ, ਤੁਸੀਂ ਬੜੇ ਵਧੀਆ ਤਰੀਕੇ ਨਾਲ ਸੁਣਿਆ ਹੈ। ਉਸ ਕਹਾਣੀ ਨੂੰ 500 ਸ਼ਬਦਾਂ ਦੇ ਵਿੱਚ ਤੁਸੀਂ ਕਲਮਬੰਦ ਕਰ ਲੈਣਾ ਹੈ। ਔਰ ਇਸ ਤੋਂ ਇਲਾਵਾ ਇਸ ਕਹਾਣੀ ਵਿੱਚੋਂ ਇੱਕ ਵਸਤੂਨਿਸ਼ਟ ਪ੍ਰਸ਼ਨ-ਉੱਤਰ ਸਾਰੀ ਕਹਾਣੀ ਵਿੱਚੋਂ ਕੋਈ ਇੱਕ ਸਵਾਲ ਵੀ ਪੁੱਛ ਲਿਆ ਜਾਵੇਗਾ। ਉਹ 1 ਨੰਬਰ ਦਾ ਸਵਾਲ ਆਵੇਗਾ। ਸੋ ਬੱਚਿਓ, ਕੁਝ ਪ੍ਰੈਕਟਿਸ ਲਈ ਮੈਂ ਸਵਾਲ ਤੁਹਾਨੂੰ ਦੱਸਣ ਜਾ ਰਿਹਾ ਹਾਂ, ਅਭਿਆਸ ਦੇ ਪ੍ਰਸ਼ਨ-ਉੱਤਰ। ਸੋ ਇਸ ਕਹਾਣੀ ਨੂੰ ਸੁਣਨ ਤੋਂ ਬਾਅਦ ਉਹਨਾਂ ਨੂੰ ਜ਼ਰੂਰ ਕਰਿਓ ਜੀ। ਨੀਲੀ ਕਹਾਣੀ ਦੇ ਆਧਾਰ ਤੇ ਤੁਸੀਂ ਦੱਸਣਾ ਹੈ। ਪਹਿਲਾ ਸਵਾਲ ਹੈ, ਲੇਖਕ ਦੀ ਤ੍ਰੀਮਤ ਨੇ ਗਵਾਲੇ ਨਾਲ ਕਿਹੜੀਆਂ ਸ਼ਰਤਾਂ ਤੈਅ ਕੀਤੀਆਂ ਸਨ? ਜੋ ਇਸ ਵਿੱਚ ਅਸੀਂ ਕਹਾਣੀ ਵਿੱਚ ਬਿਆਨ ਕੀਤੀਆਂ ਨੇ ਉਹਨਾਂ ਨੂੰ ਤੁਸੀਂ ਲਿਖਣਾ ਹੈ। ਸਵਾਲ ਨੰਬਰ 2, ਲੇਖਕ ਦੀ ਤ੍ਰੀਮਤ ਨੇ ਨੀਲੀ ਨੂੰ ਇਸ ਕਰਕੇ ਪਸੰਦ ਕੀਤਾ ਸੀ। 2 ਆਪਸ਼ਨਾਂ ਨੇ, ਕਿਉਂਕਿ ਪਹਿਲੀ ਆਪਸ਼ਨ ਵਿੱਚ ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵੀ ਵਧੀਆ ਹੁੰਦਾ ਹੈ ਤੇ ਦੂਸਰੀ ਆਪਸ਼ਨ ਆ ਨੀਲੀ ਦੁੱਧ ਬਹੁਤ ਜ਼ਿਆਦਾ ਦਿੰਦੀ ਹੈ। ਸਹੀ ਗਲਤ ਤੇ ਅੱਗੇ ਤੁਸੀਂ ਨਿਸ਼ਾਨੀ ਲਾਉਣੀ ਹੈ। ਤੀਸਰਾ ਸਵਾਲ ਹੈ, ਨੀਲੀ ਦੀ ਵੱਛੀ ਦੀ ਸ਼ਕਲ